गुरु समान गुरु प्यारी गुरु सारी साध संगत जी। जगत गुरु श्री गुरु नानक देव सच्चे पातशाह जी की पावन पवित्र बाणी श्री जपजी साहिब की जिहड़ी आपां सुण और कथा उतारी मैल, जिसनूं कथा सुनाए अपनी से गुरद्वारे सुख पावे। हर कीਆਂ कथा कहानियां गुरमीत सुनाइयां। गुरु की कथा कहानियां करदिआं जिहड़ी आपां जपजी साहिब की कथा आरंभ कीती होई आ, ਉਹਦੇ 'ਚ ਜਿਹੜੀਆਂ ਪਹਿਲਾ ਮੂਲ ਮੰਤਰ, ਫਿਰ ਪਹਿਲੀਆਂ 3 ਪੌੜੀਆਂ ਹੁਕਮ 'ਤੇ ਲਿਖੀਆਂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ। ਫਿਰ ਥਾਪਿਆ ਨਾ ਜਾਏ ਤੇ ਤੀਰਥ ਨਾਵਾਂ ਤੇ ਜੇ ਜੁਗ ਚਾਰੇ ਆਰਜਾਂ। ਇਹ ਥਾਪਿਆ ਨਾ ਜਾਵੇ, ਤੀਰਥ ਨਾਵਾਂ ਇਹ ਗੁਰੂ 'ਤੇ ਨੇ। ਗੁਰੂ ਦੀ ਆਖਿਆ ਹੈ। ਜਦ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਪੁੱਛਦੇ ਨੇ ਤੁਹਾਡਾ ਗੁਰੂ ਕਿਹੜਾ ਹੈ, ਜਦ ਸਿੱਧ ਪੁੱਛਦੇ ਨੇ ਵੀ ਤੁਹਾਡਾ ਗੁਰੂ ਕਿਹੜਾ, ਤਾਂ ਫਿਰ ਗੁਰੂ ਨਾਨਕ ਸਾਹਿਬ ਤੁਸੀਂ ਕਿਸ ਨੂੰ ਗੁਰੂ ਮੰਨਦੇ ਹੋ? ਉਹ ਕਹਿੰਦੇ ਗੁਰ ਈਸ਼ਰ, ਗੁਰ ਗੋਰਖ, ਬ੍ਰਹਮਾ, ਗੁਰ ਪਾਰਬਤੀ ਮਾਈ। ਅਸੀਂ ਇਹਨਾਂ ਨੂੰ ਮੰਨਦੇ ਹਾਂ। ਸਾਹਿਬ ਕਹਿੰਦੇ ਅਸੀਂ ਉਸ ਨੂੰ ਮੰਨਦੇ ਹਾਂ ਜੋ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਅਤੇ ਸਭਨਾ ਜੀਆਂ ਕਾ ਜੋ ਇੱਕ ਦਾਤਾ ਹੈ ਉਸ ਨੂੰ ਅਸੀਂ ਮੰਨਦੇ ਹਾਂ। ਜਦੋਂ ਇਸ ਤਰ੍ਹਾਂ ਦੇ ਗਿਆਨ ਵਿੱਚ ਜੋਗੀ ਫੇਲ ਹੋ ਗਏ ਨੇ, ਫਿਰ ਸ਼ਕਤੀਆਂ ਦਿਖਾਉਂਦੇ ਨੇ ਬਾਬਾ ਜੀ ਨੂੰ। ਅਸੀਂ ਤੁਹਾਡੀ ਉਮਰ ਵਡੇਰੀ ਕਰ ਦਿਆਂਗੇ, ਤੁਹਾਨੂੰ ਜੋਗਿੰਦਰਾ ਦਰਸ਼ਨ ਪੇਖ ਕਰੋ ਜੋਗਿੰਦਰਾ। ਦਰਸ਼ਨ ਦੇ ਅਰਥ ਹੁੰਦੇ ਨੇ ਮੱਤ, ਸਾਡੀ ਮੱਤ ਧਾਰਨ ਕਰੋ, ਤੁਸੀਂ ਧਰਮ ਨੂੰ ਧਾਰਨ ਕਰੋ, ਅਸੀਂ ਤੁਹਾਨੂੰ ਆਪਣਾ ਮੁਖੀ ਥਾਪ ਦਿਆਂਗੇ। ਸਾਹਿਬ ਕਹਿੰਦੇ ਇਸ ਤਰ੍ਹਾਂ ਕੁਛ ਵੀ ਨਹੀਂ ਹੋਣਾ। ਸਾਹਿਬ ਕਹਿੰਦੇ ਮੁਖੀ ਹੋ ਕੇ ਬੰਦਾ ਤਾਂ ਸਗੋਂ ਵਧੇਰੇ ਫਸ ਜਾਂਦਾ ਹੈ। ਕੁਲਹਾਂ ਦਿੰਦੇ ਬਾਬਲੇ ਲੈਂਦੇ ਬੜੇ ਨਲੱਜ, ਚੂਹਾ ਖੱਡ ਨਾ ਮਾਵਈ ਤਿਕਲ ਬੰਨੇ ਛੱਜ। ਇੱਕ ਖੁੱਡ ਛੋਟੀ ਆ, ਇੱਕ ਚੂਹੇ ਦੀ ਪੂਛ ਨਾਲ ਸੱਜ ਬੰਨ੍ਹ ਦਿੱਤਾ ਅਤੇ ਉਹ ਕਿਵੇਂ ਉਹਨੂੰ ਖੁੱਡ ਵਿੱਚ ਵੜੂਗਾ? ਆਪਣੇ ਆਪ ਵਿੱਚ ਮੁਕਤ ਹੋਣਾ ਬਹੁਤ ਵੱਡੀ ਮੁਸ਼ਕਿਲ ਗੱਲ ਹੈ। ਅਤੇ ਜ਼ਿੰਮੇਵਾਰੀਆਂ ਦੀ ਜਿਹੜੀ ਉਹ ਜ਼ਿੰਮੇਵਾਰੀਆਂ ਦਾ ਛੱਜ ਜਿਹੜਾ ਉਹ ਪੂਛ ਨਾਲ ਬੰਨ੍ਹ ਲਿਆ, ਅਤੇ ਹੁਣ ਕਿਵੇਂ ਕੋਈ ਬੰਦਾ ਖੁੱਡ ਵਿੱਚ ਜਾਏਗਾ? ਕਿਵੇਂ ਮੁਕਤੀ ਵਿੱਚ ਜਾਏਗਾ? ਮੁਕਤ ਦੁਆਰਾ ਅਤ ਨੀਕਾ ਨਾਨਾ ਹੋਏ ਸੋ ਜਾਏ। ਉੱਥੇ ਤਾਂ ਜਿਹੜਾ ਛੋਟਾ ਹੋ ਜਾਂਦਾ ਉਹ ਜਾਂਦਾ, ਅਤੇ ਤੁਸੀਂ ਵੱਡੀ ਪੱਗ ਬੰਨ੍ਹ ਕੇ ਜ਼ਿੰਮੇਵਾਰੀਆਂ ਦੀ ਵੱਡੀ ਪੰਡ ਸਿਰ 'ਤੇ ਰੱਖ ਲੈਂਦੇ ਹੋ, ਅਤੇ ਜ਼ਿੰਮੇਵਾਰੀਆਂ ਦਾ ਵੱਡਾ ਛੱਜ ਪਿੱਛੇ ਢੂਏ ਦੇ ਬੰਨ੍ਹ ਲੈਂਦੇ ਹੋ, ਅਤੇ ਹੁਣ ਤੁਸੀਂ ਕਿਵੇਂ ਮੁਕਤ ਹੋਵੋਗੇ? ਇਹ ਪੱਗਾਂ ਬੰਨ੍ਹਣੀਆਂ ਅਤੇ ਜ਼ਿੰਮੇਵਾਰੀਆਂ ਚੁੱਕਣੀਆਂ ਦੇ ਪਿੱਛੇ ਬੰਦੇ ਦੇ ਅੰਦਰ ਇੱਕ ਕੰਮ ਕਰਦੀ ਚੀਜ਼ ਮਾਣ, ਕਿ ਮੈਨੂੰ ਮਾਣ ਮਿਲੇਗਾ, ਮੈਂ ਕਿਸੇ ਸੰਪਰਦਾ ਮੁਖੀ ਬਣ ਜਾਊਂਗਾ, ਵੱਡੀ ਪੱਗ ਮਿਲੂਗੀ, ਮੈਂ ਵੱਡਾ ਹੋ ਜਾਊਂਗਾ। ਲੋਕ ਪੱਗ ਨਾਲ ਹੀ ਵੱਡਾ ਹੋਣਾ ਚਾਹੁੰਦੇ ਨੇ। ਮੈਂ ਕਿਸੇ ਵੱਡੇ ਡੇਰੇਦਾਰ ਦਾ ਮੁਖੀ ਬਣ ਜਾਊਂਗਾ ਅਤੇ ਮੈਂ ਵੱਡਾ ਹੋ ਜਾਊਂਗਾ। ਸਾਹਿਬ ਕਹਿੰਦੇ ਇੱਦਾਂ ਵੀ ਕੋਈ ਇੱਦਾਂ ਤਾਂ ਦੁਨੀਆ ਦੇ ਵਿੱਚ ਵੱਡਾ ਹੋਇਆ ਜਾ ਸਕਦਾ ਹੈ। ਧਰਮ ਦੀ ਦੁਨੀਆ ਅੰਦਰ, ਰੱਬ ਦੀ ਦੁਨੀਆ ਅੰਦਰ ਸਾਹਿਬ ਕਹਿੰਦੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ, ਕਿ ਹੋ ਜਾ ਵੱਡਾ ਤੂੰ, ਬਣ ਜਾ ਜੋਗਿੰਦਰਾ, ਬਣ ਜਾ ਤੂੰ ਸੰਪਰਦਾਈ ਪੱਗਾਂ ਬੰਨ੍ਹ ਕੇ ਵੱਡਾ ਹੋ ਜਾ, ਤੂੰ ਕੱਖ ਵੀ ਨਹੀਂ ਹੋਣਾ। ਅੱਜ ਜਿਹੜਾ ਕੰਮ ਮਾਮੂਲੀ ਬੰਦਾ ਹੈ ਉਹਨੂੰ 10-20 ਜਾਣੇ ਇਕੱਠੇ ਹੋ ਕੇ ਪੱਗ ਬੰਨ੍ਹ ਦਿੰਦੇ ਨੇ, ਅਤੇ ਕੱਲ੍ਹ ਨੂੰ ਉਸ ਨੂੰ ਡਿਕਲੇਅਰ ਕਰ ਦਿੰਦੇ ਨੇ ਸੰਤ ਹੋ ਗਿਆ ਜੇ, ਇਹ ਸੰਤ ਜੇ। ਹੁਣ ਲਓ, ਜ਼ਿੰਮੇਵਾਰੀਆਂ ਮਿਲ ਗਈਆਂ ਅਤੇ ਜ਼ਿੰਮੇਵਾਰੀਆਂ ਦਾ ਨਾਂ ਸੰਤ ਆ, ਕਿ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਜੇ ਉਹ ਸੰਤ ਹੁੰਦਾ ਹੈ। ਇਹ ਡੇਰਿਆਂ ਦੀਆਂ ਜਿਹੜੀਆਂ ਜ਼ਿੰਮੇਵਾਰੀ ਲੋਕ ਲੈਂਦੇ ਨੇ ਉਹਦੇ ਪਿੱਛੇ ਇੱਕ ਤਾਂ ਵੱਡਾ ਬਣਨ ਦੀ ਬੰਦੇ ਦੇ ਅੰਦਰ ਭੁੱਖ ਵਾ, ਦੂਸਰਾ ਹੜੱਪ ਕਰਨ ਜਾਣ ਦੀ ਬੜੀ ਵੱਡੀ ਭੁੱਖ ਵਾ। ਧਰਮ ਦੇ ਕੱਪੜੇ ਪਾਏ ਹੋਏ ਨੇ,
ਪਰ ਅੰਦਰੋਂ ਪਦਾਰਥਾਂ ਦੀ ਭੁੱਖ ਨਹੀਂ ਗਈ। ਬੜੀ ਹੈਰਾਨਗੀ ਵਾਲੀ ਗੱਲ ਹੈ। ਧਰਮ ਦੇ ਨਾਂ 'ਤੇ ਵੀ ਇਹ ਠੱਗੀ ਚੱਲਣ ਦੀ, ਘਰ ਘਰ ਜਾ ਕੇ ਚਲੋ ਜਿਹੜੇ ਕਾਰ ਸੇਵਾ ਵਾਲੇ ਮਹਾਂਪੁਰਖ ਨੇ, ਬਾਬਾ ਜਗਤਾਰ ਸਿੰਘ ਵਰਗੇ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਚਲੋ ਉਹ ਤਾਂ ਮਹਾਂਪੁਰਖ ਨੇ, ਉਹਨਾਂ ਦਾ ਤਾਂ ਘਰ ਬਾਰ ਨਹੀਂ ਗਾ, ਸਭ ਕੁਛ ਗੁਰੂ ਦਾ ਹੀ ਆ ਉਹਨਾਂ ਦੇ ਕੋਲ ਜੋ ਹੈ। ਅਤੇ ਆਹ ਜਿਹੜੇ ਗ੍ਰਸਤੀ ਬੰਦੇ ਕਾਰ ਸੇਵਾ ਦੇ ਚਾਣ ਕੇ ਇੰਟਰ ਕਰ ਗਏ ਨੇ ਅਤੇ ਕਾਰ ਸੇਵਾ ਦੇ ਨਾਂ 'ਤੇ ਗਰਾਹੀਆਂ ਕਰਕੇ ਆਪਣੇ ਪੁੱਤਾਂ ਦੀਆਂ ਜਾਇਦਾਦਾਂ ਪਏ ਬਣਾਉਂਦੇ ਨੇ। ਮੈਂ ਤਾਂ ਬੜਾ ਹੈਰਾਨ ਹਾਂ। ਇੱਥੇ ਇੱਕ ਗੁਰਦੁਆਰਾ ਹੈ ਬਾਬਾ ਸ਼੍ਰੀ ਚੰਦ ਜੀ ਦਾ, ਉੱਥੇ 2 ਕੁ ਬੰਦੇ ਰੱਖੇ ਨੇ, ਰੋਟੀਆਂ ਮੰਗ ਕੇ ਲੈ ਆਉਂਦੇ ਨੇ, ਖਾ ਲੈਂਦੇ ਨੇ, ਦੁੱਧ ਮੰਗ ਕੇ ਲੈ ਆਉਂਦੇ ਨੇ। ਅਤੇ ਜਦ ਰੋਟੀਆਂ ਮੰਗ ਕੇ ਲਿਆਉਂਦੇ ਨੇ, ਦੁੱਧ ਮੰਗ ਕੇ ਲਿਆਉਂਦੇ ਨੇ, ਫਿਰ ਸਾਰੇ ਇਲਾਕੇ 'ਚੋਂ ਝੋਨਾ ਵੀ ਇਕੱਠਾ ਕਰਦੇ ਨੇ ਅਤੇ ਕਣਕ ਵੀ ਇਕੱਠੀ ਕਰਕੇ ਮੁੜ ਕੇ ਵੇਚ ਕੇ ਵੱਡੀਆਂ ਵੱਡੀਆਂ ਕਾਰਾਂ, ਵੱਡੀਆਂ ਵੱਡੀਆਂ ਕੋਠੀਆਂ ਪਾਈਆਂ ਉਹਨਾਂ ਬਾਬਿਆਂ ਨੇ। ਅਤੇ ਉਸ ਡੇਰੇ ਦੇ ਵਿੱਚ ਕੋਈ ਸੰਸਥਾ ਦੇਣ ਵਾਲਾ ਨਹੀਂ ਗਾ, ਕੋਈ ਕੀਰਤਨ ਸਿਖਾਉਣ ਵਾਲਾ ਨਹੀਂ ਗਾ। ਕਰੋੜਾਂ ਰੁਪਈਆ ਖਾਈ ਜਾਂਦੇ ਨੇ, ਬੈਠੇ ਮੌਜਾਂ ਪੈ ਕਰਦੇ ਨੇ। ਸਾਹਿਬ ਕਹਿੰਦੇ ਵੱਡਿਆਂ ਹੋਣਾ ਕੀ ਹੋਣਾ ਹੈ। ਤੁਸੀਂ ਕਹਿੰਦੇ ਜੇ ਜੁਗ ਚਾਰੇ ਆਰਜਾਂ ਤੇ ਅਸੀਂ ਤੁਹਾਨੂੰ ਜੋਗਿੰਦਰਾ ਬਣਾ ਦਿਆਂਗੇ। ਮਹਾਰਾਜ ਕੁਛ ਵੀ ਨਹੀਂ ਹੋਣਾ ਇਸ ਤਰ੍ਹਾਂ। ਜੇ ਤਿਸ ਨਦਰ ਨਾ ਆਵਈ, ਦੁਨੀਆ ਦੀ ਨਿਗਾਹ ਤੋਂ ਵੱਡਾ ਹੋ ਸਕਦਾ ਹੈ, ਉਹਦੀ ਨਿਗਾਹ 'ਚ ਖਸਮੇ ਨਦਰੀ ਕੀੜਾ ਆਵੇ। ਦੁਨੀਆ ਨੂੰ ਵੱਡਾ ਨਜ਼ਰ ਆ ਰਿਹਾ ਹੈ ਅਤੇ ਖਸਮ ਨੂੰ ਤੇ ਖਸਮੇ ਨਦਰੀ ਕੀੜਾ ਆਵੇ। ਜੇਤੇ ਚੁਗੇ ਦਾਣੇ, ਜੇ ਕੋ ਨਾਉ ਧਰਾਏ ਵੱਡਾ, ਸਾਧ ਕਰੇ ਮਨ ਪਾਣੇ। ਹੋ ਜਾ ਵੱਡਾ ਤੂੰ। ਇਹ ਫਿਰ ਜੇ ਜੁਗ ਚਾਰੇ ਆਰਜਾਂ ਤੋਂ ਅਗਲੀਆਂ 4 ਪੌੜੀਆਂ ਨੇ ਰੱਬ ਦਾ ਨਾਂ ਸੁਣਨ ਦੇ ਉੱਤੇ ਨੇ। ਸੁਣੋ 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 ਸੁਣੋ, ਸਤਬਾਣੀ ਸੁਣੋ, ਸੁਣੋ ਰੱਬ ਦਾ ਨਾਂ ਸੁਣੋ। ਅਤੇ ਉਹਦੇ ਵਿੱਚੋਂ ਜਿਹੜੀ ਆਪਾਂ ਬੜੀ ਲੰਮੀ ਚੌੜੀ ਵਿਆਖਿਆ ਆਪਾਂ ਸੁਣ 'ਤੇ ਕਰ ਦਿੱਤੀ ਆ, ਉਹਦੀ ਇੱਕ ਆਪਾਂ ਤੁਕ ਲਈ ਹੋਈ ਆ, ਨਾਨਕ ਭਗਤਾਂ ਸਦਾ ਵਿਗਾਸ। ਭਗਤ ਸਦਾ ਆਨੰਦ ਵਿੱਚ ਰਹਿੰਦੇ ਨੇ। ਕਿਉਂ ਰਹਿੰਦੇ ਨੇ? ਉਹਨਾਂ ਦੇ ਅੰਦਰੋਂ ਦੁੱਖ, ਕਲੇਸ਼, ਪਾਪ ਸਭ ਕੁਝ ਨਾਸ ਹੋ ਗਿਆ ਹੈ। ਕਿਸ ਤਰ੍ਹਾਂ ਨਾਸ ਹੋ ਗਿਆ ਹੈ? ਸਾਹਿਬ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ। ਸੁਣਿਆ ਦੁੱਖ ਪਾਪ ਕਾ ਨਾਸ। ਨਾਨਕ ਭਗਤਾਂ, ਇਹ 4 ਵਾਰੀ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਭਗਤ ਸ਼ਬਦ, ਭਗਤਾਂ ਸ਼ਬਦ ਵਰਤਿਆ। ਹਾਲਾਂਕਿ ਲਿਖਿਆ ਉੱਥੇ ਭਗਤਾ ਵਾ, ਪਰ ਪੜ੍ਹਨਾ ਉਹਨੂੰ ਬਹੁਵਚਨ ਵਿੱਚ ਵਾ। ਨਾਨਕ ਭਗਤਾਂ 4 ਵਾਰੀ ਇੱਥੇ ਆਉਂਦਾ ਹੈ ਅਤੇ 5ਵੀਂ ਵਾਰੀ ਅਸੰਖ ਭਗਤ ਗੁਣ ਗਿਆਨ ਵਿਚਾਰ। ਅਸੰਖਾਂ ਭਗਤ ਨੇ ਅਤੇ ਗੁਣਾਂ ਦੀ ਵਿਚਾਰ ਪਏ ਕਰਦੇ ਨੇ। ਅਤੇ ਜਾਂ ਫਿਰ ਅੱਗੇ ਸੋਦਰ ਦੀ ਪੌੜੀ ਵਿੱਚ ਆਉਣਾ ਹੈ, ਰੱਤੇ ਤੇਰੇ ਭਗਤ ਰਸਾਲੇ। ਭਗਤ ਰਸਾਲੇ, ਆਪਾਂ ਭਗਤ ਦੀ ਵਿਆਖਿਆ ਕਰਨ ਦੇ ਸਾਂ ਅਤੇ ਧਰਮ ਦੀ ਦੁਨੀਆ ਅੰਦਰ ਕੀ ਕੀ ਹੋ ਰਿਹਾ ਹੈ ਅਤੇ ਪਰ ਰੱਬ ਦੇ ਪਿਆਰੇ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਂਦੇ ਨੇ। ਇਹ ਕਿਤੇ ਸ਼ਲੋਕ ਪੜ੍ਹਿਓ ਆਸਾ ਕੀ ਵਾਰ ਦਾ। ਸਾਹਿਬ ਗੁਰੂ ਨਾਨਕ ਸਾਹਿਬ ਨੇ ਭਗਤਾਂ ਦੀ ਵਿਆਖਿਆ ਕੀਤੀ। ਭਗਤ ਕਿਸ ਨੂੰ ਕਹਿੰਦੇ ਨੇ? ਮੂਰਖ ਕੇ ਕਿਆ ਲੱਛਣ ਹੈ, ਕਿਆ ਮੂਰਖ ਕਾ ਕਰਨਾ। ਜੇ ਮੂਰਖ ਦੇ ਲੱਛਣ ਹੋ ਸਕਦੇ ਨੇ ਅਤੇ ਗੁਰਮੁਖ ਦੇ ਵੀ ਲੱਛਣ ਹੋ ਸਕਦੇ ਨੇ। ਹਰ ਬੰਦੇ ਦੇ ਆਪਣੇ ਲੱਛਣ ਨੇ। ਜਿਹੜੀ ਮਨ ਦੀ ਮੱਤ ਹੁੰਦੀ ਆ ਨਾ, ਉਹ ਬੰਦੇ ਦੇ ਲੱਛਣ ਹੁੰਦੇ ਨੇ। ਮਨ ਤੈ ਮਨ ਰੇ ਕਹਾਂ ਕਮੱਤ ਤੈ ਲੀਨੀ। ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ, ਉਹ ਮਨਾ, ਤੂੰ ਗੁਰੂ ਦੀ ਮੱਤ ਨੂੰ ਕਿਉਂ ਨਹੀਂ ਧਾਰਨ ਕੀਤਾ? ਕਹਾਂ ਭਜੋ ਮੂਡ ਮੁਡਾਇਓ ਭਗਵੋਂ ਕੀਨੋ ਭੇਸ। ਗੁਰੂ ਦੀ ਮੱਤ ਨਹੀਂ ਧਾਰਨ ਕੀਤੀ ਹੋਈ ਅਤੇ ਐਵੇਂ ਹੀ ਮੂੰਹ ਸਿਰ ਬਣਾ ਕੇ ਧਰਮ ਦੇ ਕੱਪੜੇ ਪਾ ਕੇ ਤੂੰ ਆਪਣੇ ਆਪ ਨੂੰ ਭਗਤ ਸਦਾਈ ਜਾਂਦਾ ਹੈ। ਅਤੇ ਮੱਤ ਦੇ ਜਿਹੜੀ ਮਨ ਦੀ ਮੱਤ ਆ ਅਤੇ ਉਹ ਤਾਂ ਕਮੱਤ ਵਾ, ਸਮੱਤ ਨਹੀਂ ਆ। ਮਨ ਰੇ ਕੌਣ ਕੁਮੱਤ ਤੈ ਲੀਨੀ। ਮਨ
ਜਿਹੜੀ ਮਨ ਦੀਆਂ ਆਦਤਾਂ ਨੇ, ਮਨ ਦੀ ਕੁਮੱਤ ਆ। ਮੰਦ ਰਹੇ ਕੌਣ ਕੁਮੱਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹੀਂ ਕੀਨੀ। ਜਿਦ ਕੋ ਕੁਮੱਤ ਹੋਏਗੀ ਉਹ ਭਗਤੀ ਨਹੀਂ ਕਰੇਗਾ, ਜਿਦ ਕੋ ਸਮੱਤ ਹੋਏਗੀ ਭਗਤੀ ਉਹਦਾ ਜੀਵਨ ਹੋਏਗਾ। ਉਹ ਭਗਤੀ ਤੋਂ ਬਿਨਾਂ ਜੀ ਨਹੀਂ ਸਕਦਾ। ਜਿਦ ਕੋ ਮੱਤ ਤੇ ਸਮੱਤ, ਜਿਦ ਕੋ ਸਮੱਤ ਹੈ। ਗੁਰੂ ਨਾਨਕ ਸਾਹਿਬ ਨੇ ਭਗਤ ਦੀ ਬੜੀ ਵਿਆਖਿਆ ਕੀਤੀ, ਸੁਣੀ। ਉਹ ਕਹਿੰਦੇ ਮੁਸਲਮਾਨਾਂ ਸਿਫਤ ਸਰੀਅਤਾ। ਮੁਸਲਮਾਨ ਜਦੋਂ ਬਹਿੰਦੇ ਨੇ ਤੇ ਉਹ ਆਪਣੀ ਸਰੀਅਤ ਦੀ ਸਿਫਤ ਕਰਦੇ ਨੇ, ਸਿਫਤ ਕਰਦੇ ਨੇ। ਜਿੱਦਾਂ ਅਸੀਂ ਆਪਣੇ ਰਹਿਤ ਮਰਜ਼ਾਦਾ ਦੀ ਵਡਿਆਈ ਕਰਦੇ ਹਾਂ ਨਾ, ਉਹ ਉਹਨੂੰ ਕਹਿੰਦੇ ਨੇ, ਸਾਡੇ ਅਸੀਂ ਕਹਿੰਦੇ ਰਹਿਤ ਮਰਜ਼ਾਦਾ, ਉਹ ਕਹਿੰਦੇ ਨੇ ਸ਼ਰੀਅਤ ਪ੍ਰਸਤੋ ਫਜ਼ੀਲਤ ਮਾਵ, ਹਕੀਕਤ ਸਨਾਥ ਨਬੀ ਉਲ ਕਿਤਾਬ। ਸ਼ਰੀਅਤ ਪ੍ਰਸਤੋ ਅਸੀਂ ਕਹਿੰਦੇ ਰਹਿਤੀਆ ਸਿੱਖ, ਉਹ ਕਹਿੰਦੇ ਨੇ ਸ਼ਰ੍ਹਾ ਵਾਲਾ ਮੁਸਲਮਾਨ। ਸਾਹਿਬ ਕਹਿੰਦੇ ਮੁਸਲਮਾਨਾਂ ਸਿਫਤ ਸਰੀਅਤ, ਉਹ ਸ਼ਰ੍ਹਾ ਦੀ ਸਭ ਸਿਫਤ ਕਰਦੇ ਨੇ। ਪੜ੍ਹ ਪੜ੍ਹ ਕਰੇ ਵਿਚਾਰ, ਫਿਰ ਉਹ ਸ਼ਰ੍ਹਾ ਨੂੰ ਪੜ੍ਹਦੇ ਨੇ। ਕੁਰਾਨ ਸ਼ਰੀਫ ਕੀ ਹੈ? ਸ਼ਰ੍ਹਾ ਵਾ। ਕਹਿੰਦੇ ਨਾ ਕਿ ਕਾਜੀ ਨੇ ਫਤਵਾ ਲਾ ਦਿੱਤਾ ਸ਼ਰ੍ਹਾ ਦੇ ਮੁਤਾਬਕ ਸਾਹਿਬਜ਼ਾਦਿਆਂ ਉੱਤੇ। ਜਦੋਂ ਜੱਜ ਨਹੀਂ ਸੀ ਹੁੰਦੇ, ਉਦੋਂ ਕਾਜੀ ਹੁੰਦੇ ਸੀ, ਅਤੇ ਉਹ ਜਿਹੜਾ ਕੁਰਾਨ ਸ਼ਰੀਫ 'ਚ ਜਿਹੜੇ ਫਤਵੇ ਲਿਖੇ ਗਏ ਨੇ, ਉਹ ਕਾਜੀ ਪੜ੍ਹ ਕੇ ਸੁਣਾਉਂਦੇ ਹੁੰਦੇ ਸੀ। ਪਰ ਗੁਰੂ ਗ੍ਰੰਥ ਸਾਹਿਬ 'ਚ ਫਤਵੇ ਨਹੀਂ ਜੇ ਲਿਖੇ, ਨਾ ਨਾ ਨਾ। ਉਹਨਾਂ ਫਤਵੇ ਲਿਖੇ ਨੇ ਅਤੇ ਉਹਨਾਂ ਫਤਵਿਆਂ ਨੂੰ ਉਹ ਰੱਬੀ ਇਲਹਾਮ ਗਿਆਨ ਮੰਨਦੇ ਨੇ। ਲਿਖੇ ਉਹਨਾਂ ਆਪ ਹੀ ਨੇ। ਉਸ ਸ਼ਰੀਅਤ ਕੀ ਲਿਖਿਆ ਜਿਹਨੂੰ ਪੜ੍ਹ ਕੇ ਮੁਸਲਮਾਨ ਬੜੇ ਖੁਸ਼ ਹੁੰਦੇ ਨੇ। ਮੁਸਲਮਾਨਾਂ ਸਿਫਤ, ਕਿਸ ਦੀ ਸਿਫਤ ਕਰਦੇ ਨੇ? ਭਗਤ ਤਾਂ ਉਸ ਦੀ ਸਿਫਤ ਕਰਦੇ ਨੇ ਜਿਸ ਨੂੰ ਬਖਸ਼ੇ ਸਿਫਤ। ਇਹ ਸਿਫਤ ਫਾਰਸੀ ਦਾ ਸ਼ਬਦ ਹੈ। ਸਿਫਤ ਮੈਨੇ ਵਡਿਆਈ। ਹਾਂਜੀ, ਇਹ ਜਿਸ ਨੂੰ ਬਖਸ਼ੇ ਸਿਫਤ ਸਲਾਹ। ਅੰਤ ਨ ਸਿਫਤੀ, ਇਹ 2 ਵਾਰੀ ਸਿਫਤ ਸ਼ਬਦ ਗੁਰੂ ਆਪਣੀ ਜਪਜੀ ਸਾਹਿਬ 'ਚ ਆਉਂਦਾ ਹੈ। ਅੰਤ ਨ ਸਿਫਤੀ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਜਿਸ ਨੂੰ ਬਖਸ਼ੇ ਸਿਫਤ। ਸਿਫਤ ਕਹਿ ਲਓ ਜਾਂ ਸਿਫਤੀ ਕਹਿ ਲਓ। ਅੰਤ ਨ ਸਿਫਤੀ, ਉਹਦੀਆਂ ਵਡਿਆਈਆਂ ਦਾ ਕੋਈ ਅੰਤ ਹੈ? ਸਿਫਤੀ ਮਾਣੇ ਅੰਤ ਵਾ? ਨਹੀਂ। ਸਾਹਿਬ ਕਹਿੰਦੇ ਮੁਸਲਮਾਨਾਂ ਸਿਫਤ ਕਿਸ ਦੀ ਸਿਫਤ ਕਰਦੇ ਨੇ? ਸ਼ਰ੍ਹਾ ਦੀ, ਸ਼ਰੀਅਤ। ਅਤੇ ਕੀ ਕਰਦੇ ਨੇ? ਪੜ੍ਹ ਪੜ੍ਹ ਕਰੇ ਵਿਚਾਰ। ਉਹਨੂੰ ਪੜ੍ਹਦੇ ਨੇ, ਜਿਹਨੂੰ ਕਹਿੰਦੇ ਅਸੀਂ ਕਹਿੰਦੇ ਵੀ ਸਿੱਖ ਨੂੰ ਰਹਿਤ ਮਰਜ਼ਾਦਾ ਪੜ੍ਹਨੀ ਚਾਹੀਦੀ ਹੈ। ਫਰੀ ਮਿਲਦੀ ਹੈ ਰਹਿਤ ਮਰਜ਼ਾਦਾ। ਸ਼੍ਰੋਮਣੀ ਕਮੇਟੀ ਨੇ ਛਪਾਈ ਹੋਈ ਕਿ ਫਰੀ ਮਰਜ਼ਾਦਾ ਹਰ ਗੁਰਦੁਆਰੇ, ਹਰ ਘਰ ਵਿੱਚ ਹੋਣੀ ਚਾਹੀਦੀ ਆ। ਹੋ ਸਕਦਾ ਸਾਡੇ ਘਰਾਂ 'ਚ ਪਈ ਵੀ ਹੋਵੇ, ਗੁਰਦੁਆਰੇ 'ਚ ਪਈ ਆ, ਪਰ ਕੋਈ ਵੀ ਕੰਮ ਅਸੀਂ ਉਸ ਮੁਤਾਬਕ ਧਰਮ ਕਰਮ ਸੰਸਾਰਕ ਦੂਸਰਾ ਅੰਤਮ ਕਿਰਿਆ ਕੋਈ ਵੀ ਉਹਦੇ ਮੁਤਾਬਕ ਨਹੀਂ ਅਸੀਂ ਕਰਦੇ। ਲਿਖੀ ਗਈ ਹੈ ਪੰਥ ਵੱਲੋਂ ਹੀ ਆ ਭਾਵੇਂ। ਪਰ ਮੁਸਲਮਾਨ, ਗੱਲ ਬੜੀ ਵਧੀਆ ਹੈ, ਮੁਸਲਮਾਨ ਉਹੀ ਕੰਮ ਕਰਦੇ ਨੇ ਜੋ ਸ਼ਰ੍ਹਾ 'ਚ ਲਿਖਿਆ ਗਿਆ ਹੈ। ਅਤੇ ਕੁਰਾਨ ਸ਼ਰੀਫ ਕੀ ਹੈ? ਸ਼ਰ੍ਹਾ ਵਾ। ਸ਼ਰ੍ਹਾ ਹੀ ਆ ਉਸਨੇ। ਸਾਹਿਬ ਕਹਿੰਦੇ ਜਦੋਂ ਉਸ ਨੂੰ ਪੜ੍ਹਦੇ ਨੇ ਮੁਸਲਮਾਨ, ਪੜ੍ਹ ਪੜ੍ਹ ਕਰੇ ਵਿਚਾਰ। ਕੀ ਪੜ੍ਹਦੇ ਨੇ? ਸ਼ਰ੍ਹਾ ਵਿੱਚ ਕੀ ਲਿਖਿਆ? ਤੁਸੀਂ 4 ਵਿਆਹ ਕਰ ਸਕਦੇ ਜੇ। ਲਓ, ਇਹ ਕੁਝ ਵੀ ਲਿਖਿਆ ਹੋਇਆ ਵਾ। ਤੁਸੀਂ ਮੁਰਦੇ ਨੂੰ ਕਿੱਥੇ ਦੱਬਣਾ, ਕਿਵੇਂ ਕੀ ਕਰਨਾ? ਮੁਰਦੇ ਨੂੰ ਸਾੜਨਾ ਨਹੀਂ ਹੈ। ਬਾਣੀ ਕਹਿੰਦੀ ਸਮੇਂ ਦੇ ਮੁਤਾਬਕ ਜੋ ਕਰਨਾ ਕਰ ਦਿਓ। ਇਹ ਮਿੱਟੀ ਆ। ਇੱਕ ਦੱਜੇ, ਇੱਕ ਦੱਬੀਏ, ਇੱਕ ਨਾ ਕੁੱਤੇ ਖਾਏ,
ਇੱਕ ਪਾਣੀ ਵਿੱਚ ਉਹ ਸੱਟੀਏ, ਇੱਕ ਪੀ ਫਿਰ ਹੱਸਣ ਪਾਏ। ਸਾਹਿਬ ਕਹਿੰਦੇ ਕੋਈ ਐਸੀ ਧਰਮ ਦੇ ਅੰਦਰ ਕੋਈ ਝਗੜਾ ਨਹੀਂ ਚਾਹੀਦਾ। ਹਾਂਜੀ, ਜੇ ਦੱਬਣਾ ਦੱਬ ਦਿਓ, ਮਿੱਟੀ ਇਹ ਮਿੱਟੀ ਹੈ, ਇਹਨੂੰ ਮਿੱਟੀ 'ਚ ਮਿਲਾਉਣਾ ਕਿਸ ਤਰ੍ਹਾਂ ਮਿਲਾ ਦਿਓ। ਪਰ ਇਹ ਗੱਲਾਂ ਧਰਮ ਦੇ ਅੰਦਰ ਲੈ ਆਂਦੀਆਂ ਗਈਆਂ ਅਤੇ ਝਗੜੇ ਖੜੇ ਕਰ ਦਿੱਤੇ ਗਏ। ਮੁਸਲਮਾਨਾਂ ਮਿੱਟੀ ਮੁਸਲਮਾਨ ਕੀ, ਪੇੜੇ ਪਈ ਘੁਮਿਆਰ। ਸਾਹਿਬ ਕਹਿੰਦੇ ਜੇ ਤੁਸੀਂ ਕਹਿੰਦੇ ਹੋ ਅਸੀਂ ਨਹੀਂ ਸਾੜਦੇ, ਦੱਬਦੇ ਹਾਂ, ਸਾੜਨਾ ਠੀਕ ਨਹੀਂ ਹੈ। ਸਾਹਿਬ ਕਹਿੰਦੇ ਉਹ ਜਦੋਂ ਸਰੀਰ ਮਿੱਟੀ ਦਾ ਰੂਪ ਹੋ ਜਾਂਦਾ ਹੈ, ਮਿੱਟੀ ਚਿਕਨੀ ਹੋ ਜਾਂਦੀ ਹੈ, ਉਹ ਗਲ ਕੇ ਮਿੱਟੀ ਬਣ ਜਾਂਦਾ ਹੈ, ਮਿੱਟੀ ਚਿਕਨੀ ਹੋ ਜਾਂਦੀ ਹੈ, ਮਿੱਟੀ ਘੁਮਿਆਰ ਚੁੱਕ ਲਿਆਉਂਦਾ ਹੈ, ਉਸ ਮਿੱਟੀ ਦੇ ਭਾਂਡੇ ਕੱਢ ਦਿੰਦਾ ਹੈ। ਕੱਢ ਮੁਸਲਮਾਨਾਂ ਮਿੱਟੀ ਮੁਸਲਮਾਨ ਕੀ, ਪੇੜੇ ਪਈ ਘੁਮਿਆਰ, ਘੜ ਭਾਂਡੇ। ਇੱਟਾਂ ਕੀਆਂ, ਕਿਸੇ ਨੇ ਭਾਂਡੇ ਕੱਢ ਲਏ, ਕਿਸੇ ਨੇ ਇੱਟਾਂ ਕਰ ਦਿੱਤੀਆਂ। ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ। ਜੇ ਸਰੀਰ ਸੜਨਾ, ਬੰਦਾ ਵੀ, ਉਹਦੀ ਆਤਮਾ ਵੀ ਸੜਦੀ, ਫਿਰ ਸਾਹਿਬ ਕਹਿੰਦੇ ਤੁਹਾਡੀਆਂ ਵੀ ਸੜਦੀਆਂ ਹੋਣਗੀਆਂ ਆਤਮਾਵਾਂ, ਕਿਉਂਕਿ ਤੁਹਾਡੀ ਮਿੱਟੀ ਨੂੰ ਆਵਿਆਂ ਵਿੱਚ ਰੱਖ ਕੇ ਸਾੜਿਆ ਜਾਂਦਾ ਜੀ। ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ। ਜਲ ਜਲ ਰੋਵੇ ਬੱਪੜੀ, ਚੜ ਚੜ ਪਵੇ ਅੰਗਿਆਰ। ਨਾਨਕ ਜਿਨ ਕਰਤੇ ਕਾਰਨ ਕੀਆ, ਸੋ ਜਾਣੇ ਕਰਤਾਰ। ਜਦੋਂ ਇਸ ਸਰੀਰ ਵਿੱਚੋਂ ਕੋਈ ਨਿਕਲ ਗਿਆ, ਇਹ ਮਿੱਟੀ ਆ। ਸਾਹਿਬ ਕਹਿੰਦੇ ਇਸ ਤਰ੍ਹਾਂ ਦੇ ਝਗੜੇ ਨਾ ਕਰੋ। ਮੁਸਲਮਾਨਾਂ ਸਿਵਤ ਸਰੀਅਤ ਪੜ੍ਹ ਪੜ੍ਹ ਕਰੇ ਵਿਚਾਰ। ਤੇ ਬੰਦੇ ਸੇ ਜੇ ਪਵੇ ਵਿੱਚ ਬੰਦੀ, ਕਹਿੰਦੇ ਅਸੀਂ ਉਸ ਨੂੰ ਬੰਦਾ ਮੰਨਦੇ, ਅਸੀਂ ਉਸ ਨੂੰ ਮੁਸਲਮਾਨ ਮੰਨਦੇ ਹਾਂ ਜਿਹੜਾ ਸਾਡੀ ਸ਼ਰ੍ਹਾ ਦੇ ਵਿੱਚ ਦਾ ਪਾਬੰਦ ਹੋ ਜਾਂਦਾ ਹੈ। ਅਸੀਂ ਕਹਿੰਦੇ ਸਿੱਖ ਉਹ ਵਾ ਜਿਹੜਾ ਗੁਰੂ ਕੇ ਭਾਣੇ ਵਿੱਚ ਆ ਜਾਂਦਾ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਉਹ ਕਹਿੰਦੇ ਜਿਹੜਾ ਸ਼ਰ੍ਹਾ 'ਚ ਆ ਗਿਆ ਉਹ ਮੁਸਲਮਾਨ ਹੈ। ਬੰਦੇ ਸੇ ਜੇ ਪਵੇ 'ਚ ਬੰਦੀ, ਵੇਖਣ ਕੋ ਦੀਦਾਰ। ਜਿਹਨੇ ਖੁਦਾ ਦਾ ਦੀਦਾਰ ਉਸ ਨੂੰ ਹੁੰਦਾ ਜੋ ਸ਼ਰ੍ਹਾ ਵਿੱਚ ਆ ਜਾਂਦਾ ਹੈ। ਇਹ ਉਹਨਾਂ ਦੀਆਂ ਧਾਰਨਾਵਾਂ ਨੇ, ਮੁਸਲਮਾਨਾਂ ਦੀਆਂ, ਭਗਤਾਂ ਦੀਆਂ ਨਹੀਂ ਆ। ਭਗਤਾਂ ਦੀ ਗੱਲ ਅੱਗੇ ਜਾ ਕੇ ਗੁਰੂ ਨਾਨਕ ਸਾਹਿਬ ਨੇ ਕਰਨੀ। ਭਗਤ ਕੀ ਕਰਦੇ ਨੇ? ਉਹ ਨਹੀਂ ਸ਼ਰ੍ਹਾ ਸ਼ੁਰਾ ਨੂੰ ਮੰਨਦੇ, ਨਾ ਨਾ, ਉਹਨਾਂ ਦੀ ਆਪਣੀ ਕੋਈ ਚਾਲ ਹੁੰਦੀ ਹੈ। ਭਗਤਾਂ ਕੀ ਚਾਲ ਨਿਰਾਲੀ ਹੁੰਦੀ ਜੀ। ਅਗਲਾ ਬਚਨ ਸੀ, ਹਿੰਦੂ ਸਲਾਹੀ ਸਲਾਹਿਣ, ਦਰਸ਼ਨ ਰੂਪ ਅਪਾਰ। ਦਰਸ਼ਨ ਮਾਣੇ ਵੇਦ ਸ਼ਾਸਤਰਾਂ। ਦਰਸ਼ਨ ਦੇ ਅਰਥ ਹੁੰਦੇ ਨੇ ਸਾਹਮਣੇ ਕਿਸੇ ਨੂੰ ਦੇਖਣਾ। ਦਰਸ਼ਨ ਭੇਖ, ਦਰਸ਼ਨ ਧਰਮ ਨੂੰ ਵੀ ਦਰਸ਼ਨ ਕਹਿੰਦੇ ਨੇ, ਮੱਤ ਨੂੰ ਵੀ ਦਰਸ਼ਨ ਕਹਿੰਦੇ ਨੇ, ਅਤੇ ਧਰਮ ਗ੍ਰੰਥਾਂ ਨੂੰ ਵੀ ਦਰਸ਼ਨ ਬੋਲਿਆ ਜਾਂਦਾ ਹੈ। ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਕਰੋ, ਉਸ ਨੂੰ ਪੜ੍ਹ ਲਿਆ ਅਤੇ ਉਹਦਾ ਦਰਸ਼ਨ ਹੋ ਗਿਆ। ਜਪਜੀ ਸਾਹਿਬ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਇਕਾਗਰ ਚਿੱਤ ਪੜ੍ਹ ਲਈ ਅਤੇ ਮਾਨੋ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਕਰ ਲਿਆ। ਹਿੰਦੂ ਸਲਾਹੀ ਸਲਾਹਣ, ਕਿਸ ਨੂੰ ਸਲਾਹੁੰਦੇ ਨੇ? ਦਰਸ਼ਨ ਰੂਪ ਅਪਾਰ। ਵੇਦਾਂ ਸ਼ਾਸਤਰਾਂ ਦੁਆਰਾ ਉਸ ਨੂੰ ਸਲਾਹੁੰਦੇ ਨੇ ਜਿਸ ਪਰਮਾਤਮਾ ਦਾ ਕੋਈ ਰੂਪ ਨਹੀਂ ਹੈ। ਕਰਦੇ ਕੀ ਨੇ? ਤੀਰਥ ਨਹਾਵੇ, ਅਰਜਾ ਪੂਜਾ, ਅਰਚਾ ਪੂਜਾ। ਤੀਰਥਾਂ 'ਤੇ ਜਾਂਦੇ ਨੇ ਉਹ ਲੋਕ। ਭਗਤ ਕੀ ਕਰਦੇ ਨੇ ਇਹ ਨਹੀਂ ਸਾਹਿਬ ਨੇ ਦੱਸਿਆ। ਸੰਤ ਕੀ ਕਰਦੇ ਨੇ ਇਹ ਅੱਗੇ ਜਾ ਕੇ ਦੱਸਣਗੇ। ਇਹ ਤੇ ਮਹਾਰਾਜ ਦੀਆਂ ਖੂਬੀਆਂ ਨੇ, ਲੋਕਾਂ ਦੀਆਂ ਗੱਲਾਂ ਕਰਕੇ ਫਿਰ ਉਹ ਗੱਲ ਕਰਨੀ ਜਿਹੜੀ ਸਾਹਿਬ ਕਹਿਣੀ ਚਾਹੁੰਦੇ ਨੇ। ਤੀਰਥ ਨਹਾਵੇ, ਅਰਚਾ ਪੂਜਾ। ਪੂਜਾ ਅਰਚਾ ਕਰਦੇ ਨੇ, ਤੀਰਥਾਂ 'ਤੇ ਨਹਾਉਂਦੇ ਨੇ। ਤੀਰਥ ਨਹਾਵੇ, ਅਰਚਾ ਪੂਜਾ। ਜੋਗੀ ਸੁਣ ਧਿਆਵਣ ਜੇਤੇ। ਜੋਗੀ ਕੀ ਕਰਦੇ ਨੇ? ਉਹ ਧਿਆਨ ਦੁਆਰਾ ਸੁੰਨ 'ਚ ਚਲ ਜਾਂਦੇ ਨੇ। ਨਾ ਤਾਂ ਸ਼ਰ੍ਹਾ ਨੂੰ ਪੜ੍ਹਦੇ ਨੇ, ਨਾ ਉਹ ਤੀਰਥਾਂ 'ਤੇ ਨਹਾਉਂਦੇ ਨੇ, ਨਾ ਪੂਜਾ ਕਰਦੇ ਨੇ। ਜੋਗੀ ਕੀ ਕਰਦੇ ਨੇ? ਜੋਗੀ ਸੁਣ ਧਿਆਵਣ ਜੇਤੇ। ਅਲੱਖ 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 ਧਿਆਉਂਦੇ ਨੇ। ਜੋਗੀ ਸੁਣ ਧਿਆਵਣ ਜੇਤੇ ਅਲੱਖ।
ਉਹ ਅਲੱਖ ਅਲੱਖ ਕਰਤਾਰ ਨੂੰ ਕਰਕੇ ਧਿਆਉਂਦੇ ਨੇ। ਜੋਗੀ ਸੁਣ ਧਿਆਵਣ ਜੇਥੇ ਅਲੱਖ ਨਾਮ ਕਰਤਾਰ। ਤੇ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾਰ। ਪਰ ਕਹਿੰਦੇ ਉਹ ਜਿਹੜਾ ਨਿਰੰਜਨ ਕਾਲਖ ਤੋਂ ਰਹਿਤ ਪਰਮਾਤਮਾ ਹੈ, ਉਹਦੀ ਮੂਰਤ ਬੜੀ ਸੂਖਮ ਵਾ। ਉਹ ਜੋਗੀਆਂ ਦੀ ਪਕੜ ਵਿੱਚ ਆਉਂਦੀ ਹੈ। ਤੇ ਜੋਗੀ ਉਸ ਸੁਨ ਵਿੱਚ ਜਾ ਕੇ ਤੇ ਨਾਮ ਨਿਰੰਜਨ ਧਿਆਵਣ ਜੇ ਤੇ ਅਲੱਖ ਨਾਮ ਕਰਤਾਰ। ਉਹ ਅਲੱਖ ਲੱਖ ਧਿਆਉਂਦੇ ਨੇ, ਉਹ ਸ਼ਰ੍ਹਾ ਦੇ ਪਿੱਛੇ ਨਹੀਂ ਜਾਂਦੇ। ਜਿਹੜਾ ਸੁਨ 'ਚ ਚਲ ਗਿਆ ਨਾ, ਉਹ ਸ਼ਰ੍ਹਾ ਦੀ ਗੱਲ ਨਹੀਂ ਕਰਦਾ। ਫਿਰ ਉਹ ਬਾਹਰਲੇ ਤੀਰਥਾਂ 'ਤੇ ਨਹੀਂ ਨਹਾਉਂਦਾ ਜਿਹੜਾ ਸੁਨ 'ਚ ਚਲ ਜਾਂਦਾ। ਹੁਣ ਜੋਗੀਆਂ ਤੋਂ ਅੱਗੇ ਮਹਾਰਾਜ ਕਹਿੰਦੇ ਦਾਨੀਆਂ ਦੀ ਗੱਲ ਸੁਣੋ ਸਾਡੇ ਕੋਲੋਂ। ਸਤਿਆਂ ਮਨ, ਜਿਹੜੇ ਦਾਨੀ ਬੰਦੇ ਹੁੰਦੇ ਆ ਨਾ, ਜਿਹੜੇ ਦਾਨ ਕਰਦੇ ਨੇ। ਸਤਿਆਂ ਮਨ ਸੰਤੋਖ ਉਪਜੈ। ਦਾਨ ਬੰਦਾ ਉਹ ਕਰ ਸਕਦਾ ਜਿਹੜਾ ਸੰਤੋਖੀ ਹੋਵੇ, ਕਿਉਂਕਿ ਸੰਤੋਖ ਤੋਂ ਬਿਨਾਂ ਜੇਬ ਵਿੱਚੋਂ ਪੈਸਾ ਨਿਕਲਣਾ ਹੀ ਨਹੀਂ ਗਾ। ਕੰਜੂਸ ਤਾਂ ਪਾਉਂਦਾ ਹੈ ਕਿ ਸੰਤੋਖੀ ਬੰਦਾ ਕੋਈ ਹੱਥੋਂ ਦਾਨ ਦੇ ਸਕਦਾ ਹੈ। ਸਤੀ ਦੇ ਸੰਤੋਖੀ ਖਾਏ, ਜਿਹੜੇ 10ਵੇਂ ਪਾਤਸ਼ਾਹ ਨੇ ਵਚਨ ਕੀਤਾ ਸੀ। ਉੱਥੇ ਬਹਿਬਲ ਕਲਾਂ ਪਿੰਡ ਦੇ ਬਾਰ-ਬਾਰ 10ਵੇਂ ਪਾਤਸ਼ਾਹ ਜਦੋਂ ਬੈਠੇ ਹੋਏ ਨੇ, ਗੱਲ ਲੰਮੀ ਨਾ ਹੋ ਜਾਏ। ਅਤੇ ਉੱਥੇ ਫਿਰ ਮਹਾਰਾਜ ਨੇ ਆਖਿਆ ਵੀ ਸਤੀ ਦੇ, ਜਿਹੜਾ ਦਾਨੀ ਦਾਨ ਦਿੰਦਾ ਹੈ ਨਾ, ਅਤੇ ਅੱਗੇ ਲੈਣ ਵਾਲਾ ਵੀ ਸੰਤੋਖੀ ਹੋਵੇ। ਸਤੀ ਦੇ ਸੰਤੋਖੀ ਖਾਏ। ਇਹ ਬਹਿਬਲ ਕਲਾਂ 10ਵੇਂ ਪਾਤਸ਼ਾਹ ਨੇ ਬਾਰ-ਬਾਰ। ਇੱਕ ਗੁਰੂਸਰ ਗੁਰਦੁਆਰਾ ਵਾ, ਉੱਥੇ ਇੱਕ ਟਿੱਬੀ ਸਾਹਿਬ ਆ ਬਹਿਬਲ ਕਲਾਂ, ਅਤੇ ਕਿਲੋਮੀਟਰ ਹਟਵਾਂ ਇੱਕ ਗੁਰਦੁਆਰਾ ਗੁਰੂਸਰ, ਉੱਥੇ 10ਵੇਂ ਪਾਤਸ਼ਾਹ ਨੇ ਬਚਨ ਉਚਾਰਨ ਕੀਤਾ ਸੀ। ਸਤਿਆਂ ਮਨ ਸੰਤੋਖ ਉਪਜੇ। ਕਿਸ ਤਰ੍ਹਾਂ ਸੰਤੋਖ ਪੈਦਾ ਹੁੰਦਾ ਹੈ? ਕਹਿੰਦੇ ਤੁਸੀਂ ਦੇਣ ਦੀ ਵਿਚਾਰ ਕਰੋ ਅਤੇ ਉਸੇ ਵੇਲੇ ਤੁਹਾਡੇ ਮਨ ਵਿੱਚ ਸੰਤੋਖ ਪੈਦਾ ਹੋਊਗਾ। ਤੁਸੀਂ ਲੈਣ ਦੀ ਵਿਚਾਰ ਕਰ ਲਓ, ਤੁਹਾਡੇ ਅੰਦਰ ਲੋਭ ਪੈਦਾ ਹੋ ਜਾਏਗਾ। ਸਤਿਆਂ ਮਨ ਸੰਤੋਖ ਉਪਜੇ। ਦਾਨੀਆਂ ਦੇ ਮਨ ਵਿੱਚ ਕਿਸ ਤਰ੍ਹਾਂ ਸੰਤੋਖ ਪੈਦਾ ਹੁੰਦਾ ਹੈ? ਦੇਣੇ ਕੇ ਵਿਚਾਰ। ਬਸ ਉਹ ਦੇਣ ਦੀ ਵਿਚਾਰ ਕਰਦੇ ਨੇ, ਅਤੇ ਵਿਚਾਰ ਹੀ ਬੰਦੇ ਦਾ ਜੀਵਨ ਹੁੰਦਾ ਹੈ। ਜੇ ਲੈਣ ਦੀ ਵਿਚਾਰ ਆ ਤਾਂ ਬੰਦਾ ਲੋਭੀ ਆ, ਜੇ ਦੇਣ ਦੀ ਵਿਚਾਰ ਆ ਤਾਂ ਫਿਰ ਬੰਦਾ ਸੰਤੋਖੀ ਆ। ਸਤਿਆਂ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ। ਪਰ ਦੇ ਅੱਗੇ ਜਿਹੜਾ ਕਿਹਾ, ਦੇ ਲੈਂਦੇ ਸੋਭ ਕਰੇ ਸੰਸਾਰ। ਕਈ ਇਸ ਤਰ੍ਹਾਂ ਦੀ ਬਿਰਤੀ ਦੇ ਹੁੰਦੇ ਨੇ, ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ। ਕਈ ਦੇ ਕੇ ਸੋਭਾ ਵੀ ਚਾਹੁੰਦੇ ਨੇ, ਦੇ ਕੇ 100 ਰੁਪਈਆ ਮੱਥਾ ਟੇਕ ਕੇ ਗੁਰਦੁਆਰੇ 1000 ਰੁਪਈਏ ਦੀ ਅਰਦਾਸ ਵੀ ਕਰ ਦਿੰਦੇ, ਮੈਨੂੰ ਦੇ ਸਹਿਸਾ ਗੁਣਾ ਸੋਭ ਕਰੇ ਸੰਸਾਰ। ਇਸ ਤਰ੍ਹਾਂ ਦੀ ਵੀ ਹੈਗੇ ਨੇ, ਸੰਤੋਖੀ ਵੀ ਹੈਗੇ ਨੇ, ਦਾਨੀ। ਅਤੇ ਮਹਾਰਾਜ ਕਹਿੰਦੇ ਹੁਣ ਅਸੀਂ ਤੁਹਾਨੂੰ ਗੱਲ ਦੱਸਦੇ ਹਾਂ ਭਗਤਾਂ ਦੀ। ਇਹ ਤਾਂ ਹੋ ਗਈ ਜਿਹੜੇ ਸ਼ਰ੍ਹਾ ਪੜ੍ਹਦੇ ਨੇ, ਜਿਹੜੇ ਧਰਮ ਗ੍ਰੰਥ ਪੜ੍ਹਦੇ ਨੇ, ਜਿਹੜੇ ਜੋਗੀ ਸੁੰਨ 'ਚ ਤੁਰ ਜਾਂਦੇ ਨੇ, ਉਹ ਸੁੰਨ ਨੂੰ ਹੀ ਚੰਗਾ ਸਮਝਦੇ ਨੇ, ਅਤੇ ਹਰੀ ਚੰਦ ਵਰਗੇ ਰਾਜੇ ਦਾਨ ਨੂੰ ਹੀ ਚੰਗਾ ਸਮਝਦੇ ਨੇ। ਹਰੀ ਚੰਦ ਦਾਨ ਕਰੇ ਜਸ ਲੇਵੇ। ਇਸ ਕਰਕੇ ਦਾਨ ਕਰਦੇ ਨੇ, ਕੋਈ ਜਸ ਚਾਹੁੰਦੇ ਨੇ। ਅਤੇ ਮਹਾਰਾਜ ਕਹਿੰਦੇ ਨਾਨਕ ਭਗਤਾਂ ਭੁੱਖ ਸਲਾਹਣ। ਭਗਤ ਦਾ ਜੀਵਨ ਕਿਸ ਤਰ੍ਹਾਂ ਦਾ ਹੁੰਦਾ ਹੈ? ਉਹਦੇ ਅੰਦਰ ਕਿਸ ਤਰ੍ਹਾਂ ਦੀ ਭੁੱਖ ਹੁੰਦੀ ਹੈ? ਜਿੱਦਾਂ ਬਾਬਾ ਫਰੀਦ ਜੀ ਨੇ ਕਿਹਾ, ਫਰੀਦਾ ਦਰਵੇਸ਼ਾਂ ਨੂੰ ਲੋੜੀਏ। ਉਹਨਾਂ ਨੂੰ ਕੀ ਚਾਹੀਦਾ? ਲੋੜੀਏ ਮੈਨੇ ਕੀ ਚਾਹੀਦਾ ਦਰਵੇਸ਼ਾਂ ਨੂੰ? ਰੁੱਖਾਂ ਦੀ ਜੀਰਾਂਦ। ਦਰਵੇਸ਼ ਅਤੇ ਰੁੱਖ ਇੱਕ ਹੀ ਹੁੰਦੇ ਨੇ।
ਸਾਹਿਬ ਕਹਿੰਦੇ ਨਾਨਕ ਭਗਤਾਂ ਭੁੱਖ ਸਲਾਹਣਾ। ਉਹਨਾਂ ਦੇ ਅੰਦਰ ਬਸ ਇੱਕੋ ਹੀ ਭੁੱਖ ਹੁੰਦੀ ਆ। ਭਗਤ ਦੀ ਕੀ ਨਿਸ਼ਾਨੀ ਆ? ਕੋਈ ਮੈਡੀਕਲ ਲਾ ਕੇ ਆਪਣੀ ਮਸ਼ਹੂਰੀ ਕਰਨਾ ਚਾਹੁੰਦਾ, ਬਾਬੇ ਡੇਰੇਦਾਰ ਲੋਕੀ ਅੱਜ ਕੱਲ੍ਹ ਦੇ। ਪਿੱਛੇ ਇਹਦੇ ਭੁੱਖ ਕੀ ਆ? ਸਾਡੀ ਵਡਿਆਈ ਹੋਵੇ। ਅਸੀਂ ਮੈਡੀਕਲ ਲਾਤਾ, ਕੈਂਪ ਲਾਤਾ ਬਰਸ਼ੀ ਤੇ ਬਾਬਾ ਜੀ ਤੇ। ਜੋ ਚਿੜੀਆਂ ਕਾਵਾਂ ਨੂੰ ਦਾਣੇ ਪਾਉਂਦੇ ਨੇ ਬਾਬੇ ਡੇਰੇ 'ਤੇ, ਪਿੱਛੇ ਇਹਦੇ ਕੀ ਆ? ਸੋਭਾ ਦੀ ਭੁੱਖ ਵਾ ਉਹਨਾਂ ਦੀ। ਅਸੀਂ ਦਰਿਆ ਦਾ ਬੰਨ੍ਹ ਟੁੱਟ ਗਿਆ ਸੀ, ਬੰਨ੍ਹ ਬੰਨ੍ਹਤਾ ਸਾਡਾ ਬਾਬਾ ਜੀ ਨੇ। ਪਿੱਛੇ ਕੀ ਆ? ਭੁੱਖ ਵਾ। ਲੋਕ ਕਹਿਣਗੇ ਬੱਲੇ 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 ਬੱਲੇ, ਬਾਬੇ ਨੇ ਦਰਿਆ ਬੰਨ੍ਹ ਦਿੱਤਾ। ਅਤੇ ਉਹਨੂੰ ਪੁੱਛੋ ਤੇਰਾ ਅੰਦਰ ਬੱਝਾ ਹੋਇਆ ਵਾ? ਤੇਰਾ ਬੰਦ ਪਾਇਆ ਮੇਰੇ ਸਤਿਗੁਰ ਪੂਰੇ, ਤੇਰਾ ਅੰਦਰ ਬੱਝਾ ਹੋਇਆ ਵਾ? ਅੰਦਰੋਂ ਤਾਂ ਬੱਝਾ ਨਹੀਂ, ਅੰਦਰੋਂ ਤਾਂ ਤੈਨੂੰ ਭੁੱਖ ਲੱਗੀ ਹੋਈ ਆ ਕਿ ਮੈਂ ਬੰਨ੍ਹ ਦੂੰਗਾ ਅਤੇ ਲੋਕ ਮੇਰੀਆਂ ਵਡਿਆਈਆਂ ਪੈ ਕਰਨਗੇ। ਦੇਖਾ ਦੇਖੀ ਸਭ ਕਰੇ, ਮਨਮੁਖ ਬੂਝ ਨਾ ਪਾਏ, ਜਿਨ ਗੁਰਮੁਖ ਹਿਰਦਾ ਸੁੱਧ ਹੈ, ਸੇਵ ਪਈ ਤਿਨ ਥਾਏ। ਇਹ ਸਭ ਵਿਖਾਵੇ ਮਾਤਰ ਹੋ ਰਿਹਾ। ਮੈਂ ਕੱਲ੍ਹ ਵੀ ਕਿਹਾ ਸੀ, ਆ ਵਿਸਾਖੀ ਲੰਘੀ ਆ, ਕਈਆਂ ਨੇ ਵਿਸਾਖੀ 'ਤੇ ਪ੍ਰੋਗਰਾਮ ਕਰਾਏ ਨੇ ਡੇਰੇਦਾਰਾਂ ਨੇ, ਅਤੇ ਕਬੱਡੀ ਕਰਾਈ ਉੱਥੇ, ਘੋਲ ਕਬੱਡੀਆਂ ਹੋਈਆਂ। ਲੱਖ ਲੱਖ ਰੁਪਈਆ ਇੱਕ ਟੀਮ ਨੂੰ ਦਿੱਤਾ ਹੈ। ਧਰਮ ਦੇ ਨਾਂ 'ਤੇ ਪੈਸਾ ਇਕੱਠਾ ਕਰਕੇ ਇਹਨਾਂ ਬੇਈਮਾਨਾਂ ਨੇ ਇਹ ਨਹੀਂ ਸੋਚਿਆ ਵੀ ਇੱਥੇ ਕੋਈ ਗਰੀਬ ਗ੍ਰੰਥੀ ਨੂੰ ਕੋਠਾ ਪਾ ਦਈਏ, ਇੱਥੇ ਕੋਈ ਅਕੈਡਮੀ ਖੋਲ੍ਹੀਏ, ਬੱਚਿਆਂ ਨੂੰ ਅਸੀਂ ਵਿੱਦਿਆ ਦਈਏ, ਧਾਰਮਿਕ ਕਥਾ ਕੀਰਤਨ ਸਿਖਾਈਏ, ਤਬਲਾ ਸਿਖਾਈਏ। ਬੇਈਮਾਨਾਂ ਨੇ ਉਹ ਪੈਸਾ ਧਰਮ ਦੇ ਨਾਂ 'ਤੇ ਇਕੱਠਾ ਕਰਕੇ ਅਤੇ ਖਿਡਾਰੀਆਂ ਨੂੰ ਦੇ ਦਿੱਤਾ ਹੈ। ਲਾਹਨਤ ਹੈ ਐਸੇ ਪ੍ਰਬੰਧ ਨੂੰ। ਮੈਂ ਤਾਂ ਕੱਲ੍ਹ ਪੋਸਟ ਪਾਈ ਸੀ। ਸਾਹਿਬ ਕਹਿੰਦੇ ਨਾਨਕ ਭਗਤਾਂ, ਲੋਕਾਂ ਦੇ ਅੰਦਰ ਵੱਖ ਵੱਖ ਤਰ੍ਹਾਂ ਦੀ ਭੁੱਖ ਵਾ। ਅਤੇ ਫਿਰ ਜਿਹੜੇ ਰੱਬ ਦੇ ਭੁੱਖ ਹੁੰਦੇ ਨੇ, ਰੱਬ ਦੇ ਪਿਆਰੇ ਹੁੰਦੇ ਨੇ, ਮਾਫ਼ ਕਰਨਾ, ਉਹਨਾਂ ਅੰਦਰ ਕਿਹੜੀ ਭੁੱਖ ਹੁੰਦੀ ਹੈ? ਨਾਨਕ ਭਗਤਾਂ ਭੁੱਖ ਸਲਾਹਣਾ, ਸੱਚ ਨਾਮ ਆਧਾਰ। ਉਹਨਾਂ ਦੇ ਅੰਦਰ ਇੱਕ ਸੱਚੇ ਨਾਮ ਦੀ ਭੁੱਖ ਹੁੰਦੀ ਆ, ਅਤੇ ਉਹਨਾਂ ਦੀ ਜ਼ਿੰਦਗੀ ਦਾ ਆਸਰਾ ਕੇਵਲ ਅਤੇ ਕੇਵਲ ਇੱਕ ਰੱਬੀ ਨਾਮ ਹੁੰਦਾ ਹੈ। ਬ੍ਰਹਮ ਗਿਆਨੀ ਕੇ ਨਾਮ ਆਧਾਰ, ਸੋ ਦਰਵੇਸ ਦਿਸ ਸਿਫਤ ਧਰਾ ਮਣ ਆਸਰਾ। ਅਤੇ ਸਾਹਿਬ ਕਹਿੰਦੇ ਸਦਾ ਨਾਨਕ ਭਗਤਾਂ ਭੁੱਖ ਸਲਾਹਣ, ਸੱਚ ਨਾਮ ਆਧਾਰ। ਤੇਰੀਆਂ ਭਗਤਾਂ ਭੁੱਖ ਸੱਧ ਤੇਰੀਆਂ। ਅੱਜ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਦੋਂ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਸੀ, ਅਤੇ ਰਾਗੀਆਂ ਨੇ ਪਹਿਲਾਂ ਸ਼ਬਦ ਪੜ੍ਹਿਆ, ਤੇਰੀਆਂ ਭਗਤਾਂ ਭੁੱਖ ਸੱਧ ਤੇਰੀਆਂ, ਵਾਹ ਵਾਹ, ਹਰ ਲੋਚਾ ਪੂਰਨ ਮੇਰੀਆਂ, ਦਿਓ ਦਰਸ ਸੁਖ ਦਾਤਿਆ, ਮੈਂ ਗਲ ਵਿੱਚ ਲਿਹੋ ਮਿਲਾਏ ਜੀਓ। ਤੇਰੀਆਂ ਭਗਤਾਂ। ਦੁਨੀਆ ਦੇ ਭਗਤ ਵੀ ਹੁੰਦੇ ਨੇ, ਕੱਪੜਿਆਂ ਦੇ ਭਗਤ ਵੀ ਹੁੰਦੇ ਨੇ, ਚਿੜੀਆਂ ਕਾਵਾਂ ਦੇ ਵੀ ਭਗਤ ਹੁੰਦੇ ਨੇ, ਖਿਡਾਰੀਆਂ ਦੀ ਕਬੱਡੀਆਂ ਖਿਡਾਉਣ ਵਾਲੇ ਵੀ ਭਗਤ ਹੁੰਦੇ ਨੇ, ਪਰ ਤੇਰਿਆਂ ਭਗਤਾਂ, ਮੈਂ ਤੇਰਿਆਂ ਦੀ ਗੱਲ ਕਰ ਰਿਹਾ। ਤੇਰੀਆਂ ਭਗਤਾਂ ਭੁੱਖ ਸੱਧ ਤੇਰੀਆਂ, ਹਰ ਲੋਚਾ ਪੂਰਨ ਮੇਰੀਆਂ। ਮੇਰੀ ਵੀ ਲੋਚਾ ਹੈ, ਜਿੱਦਾਂ ਤੇਰੇ ਭਗਤਾਂ ਨੂੰ ਭੁੱਖ ਲੱਗਦੀ ਹੈ ਨਾ ਸੱਚੇ ਨਾਮ ਦੀ, ਮੇਰੇ ਅੰਦਰ ਵੀ ਉਹ ਤੜਫ ਪੈਦਾ ਕਰ, ਮੇਰੇ ਅੰਦਰ ਵੀ ਭੁੱਖ ਪੈਦਾ ਕਰ। ਸਾਹਿਬ ਕਹਿੰਦੇ ਨਾਨਕ ਭਗਤਾਂ ਭੁੱਖ ਸਲਾਹਣ, ਸੱਚ ਨਾਮ ਆਧਾਰ, ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਛਾਰ। ਉਸ ਭੁੱਖ ਦਾ ਸਦਕਾ ਹੀ ਫਿਰ ਉਹ ਦਿਨੇ ਰਾਤ ਰੱਬ ਦੇ ਨਾਮ ਨਾਲ ਜੁੜੇ ਰਹਿੰਦੇ ਨੇ, ਅਤੇ ਸਦਾ ਹੀ ਆਨੰਦ ਵਿੱਚ ਰਹਿੰਦੇ ਨੇ। ਤਾਂ ਆਨੰਦ ਵਿੱਚ ਰਹਿੰਦੇ ਨੇ, ਉਹ ਨਾਮ ਨਾਲ ਜੁੜੇ ਰਹਿੰਦੇ ਨੇ। ਇਹ ਹੈ ਭਗਤਾਂ ਦੀ ਵਿਆਖਿਆ। ਇਹ ਗੁਰੂ ਨਾਨਕ ਸਾਹਿਬ ਨੇ ਜਿਹੜਾ ਕਿਹਾ ਨਾਨਕ ਭਗਤਾਂ ਸਦਾ ਵਿਗਾਸ, ਤਾਂ ਹੀ ਵਿਗਾਸ ਵਾ, ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਛਾਰ। ਉਹ
ਆਨੰਦ 'ਚ ਇਸ ਕਰਕੇ ਰਹਿੰਦੇ ਨੇ ਕਿ ਉਹਨਾਂ ਦੇ ਅੰਦਰ ਇੱਕ ਸੱਚੇ ਨਾਮ ਦੀ ਭੁੱਖ ਹੈ।